ਪੰਜਾਬੀ ਸਾਹਿਤ ਅਕਾਦਮੀ ਮੱਧ ਪ੍ਰਦੇਸ਼ ਆਪ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਾਰਿਆਂ ਨੂੰ ਜੀ ਆਇਆਂ ਨੂੰ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਕੁਰਬਾਨੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਪਰਤਖ ਦੇ ਰੂਪ ਵਿੱਚ ਅਸੀਂ ਰੋਜ਼ ਉਹਨਾਂ ਦੇ ਦਰਸ਼ਨ ਕਰਦੇ ਹਾਂ। ਹੁਣੇ ਹੀ ਅਸੀਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਤੇ ਨਾਲ ਹੀ ਸੰਪੂਰਨਤਾ ਦਿਵਸ ਮਨਾਇਆ ਗਿਆ। ਦਮਕ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਆਧਾਰਿਤ ਅੱਜ ਦਾ ਪ੍ਰੋਗਰਾਮ ਪੇਸ਼ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 6 ਗੁਰੂ ਸਾਹਿਬਾਨ ਦੀ ਬਾਣੀ ਦੇ ਨਾਲ ਨਾਲ ਪੂਰੇ ਦੇਸ਼ ਦੇ ਭਗਤਾਂ ਸਾਹਿਬਾਨ ਦੀ ਬਾਣੀ ਤੇ ਪੜ੍ਹ ਸਾਹਿਬਾਨ ਦੀ ਵੀ ਬਾਣੀ ਅੰਕਿਤ ਹੈ। ਇਹ ਸਭ ਤੋਂ ਵੱਡਾ ਉਪਰਾਲਾ ਹੈ ਜੋ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਸਾਡੇ ਗੁਰੂਆਂ ਨੇ ਕੀਤਾ ਤੇ ਸਾਨੂੰ ਇੱਕ ਇੰਨਾ ਅੱਛਾ ਸਮਰਸਤਾ ਦਾ ਸੰਦੇਸ਼ ਦਿੱਤਾ, ਊਚ ਨੀਚ ਦਾ ਭੇਦ ਮਿਟਾਇਆ, ਭਾਈਚਾਰੇ ਦਾ ਸੰਦੇਸ਼ ਦਿੱਤਾ ਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮੁੱਚੇ ਸੰਤਾਂ ਨੂੰ ਸਿੱਖ ਸੰਤਾਂ ਨੂੰ ਹੁਕਮ ਦਿੱਤਾ ਕਿ ਇਹੀ ਹੁਣ ਸਾਡੇ ਗੁਰੂ ਹਨ। ਗੁਰੂ ਸਾਹਿਬ ਜੀ ਦੇ ਦਰਸ਼ਨ ਦੇ ਨਾਲ ਸਾਨੂੰ ਆਪ ਪ੍ਰਤੱਖ ਰੂਪ ਵਿੱਚ ਦਰਸ਼ਨ ਗੁਰੂ ਸਾਹਿਬਾਨ ਦੇ ਹੋ ਜਾਂਦੇ ਹਨ। ਗੁਰੂ ਸਾਹਿਬਾਨ ਦੀ ਰੂਹਾਨੀ ਬਾਣੀ ਨੂੰ ਅੱਜ ਅਸੀਂ ਕੀਰਤਨ ਰਾਹੀਂ ਪੇਸ਼ ਕਰ ਰਹੇ ਹਾਂ, ਜੋ ਕਿ ਸਾਡੇ ਹਜ਼ੂਰੀ ਰਾਖੀ ਹਰਮਨਜੀਤ ਸਿੰਘ ਜੀ ਜੋ ਗਵਾਲੀਅਰ ਤੋਂ ਗੁਰਦੁਆਰਾ ਫੁੱਲਬਾਗ ਤੋਂ ਨੇ ਤੇ ਉਹਨਾਂ ਨੇ ਰਾਗ ਵਿੱਚ ਹੀ ਗਾਇਨ ਕੀਤਾ ਹੈ ਤੇ ਅਸੀਂ ਉਹਨਾਂ ਨੂੰ ਸਰਵਣ ਕਰਾਂਗੇ। ਨਾਲ ਹੀ ਬਹੁਤ ਹੀ ਵੱਡਾ ਉਪਰਾਲਾ ਭੋਪਾਲ ਤੋਂ ਮਾਨਨੀय ਸਾਡੇ ਸਰਦਾਰ ਪ੍ਰੀਤਮ ਸਿੰਘ ਜੀ ਨੇ ਕੀਤਾ ਹੈ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਇੰਨੇ ਸਾਲਾਂ ਦੀ ਮਿਹਨਤ ਨਾਲ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਸਤ ਲਿਖਿਤ ਉਤਾਰਾ ਕੀਤਾ ਹੈ। ਇੰਨਾ ਵੱਡਾ ਉਪਰਾਲਾ ਸਾਡੇ ਮੱਧ ਪ੍ਰਦੇਸ਼ ਵਾਸਤੇ ਬਹੁਤ ਹੀ ਫਖਰ ਦੀ ਗੱਲ ਹੈ। ਅਸੀਂ ਉਹਨਾਂ ਨੂੰ ਆਪਣੇ ਵੱਲੋਂ ਬਹੁਤ-ਬਹੁਤ ਵਧਾਈ ਤੇ ਸ਼ੁਭਕਾਮਨਾਵਾਂ ਦਿੰਦੇ ਹਾਂ ਤੇ ਨਾਲ ਹੀ ਅਸੀਂ ਅੱਜ ਉਹਨਾਂ ਦੇ ਉੱਤੇ ਇੱਕ ਫਿਲਮ ਵੀ ਦੇਖਾਂਗੇ ਤੇ ਆਓ ਪੇਸ਼ ਹੈ ਸਾਡਾ ਇੱਕ ਦਮਕ ਦਾ ਪ੍ਰੋਗਰਾਮ। ਪੂਰੇ ਸੰਸਾਰ ਦੇ ਵਿੱਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਐਸਾ ਪਾਵਨ ਗ੍ਰੰਥ ਹੈ ਜਿੰਦੇ ਵਿੱਚ ਮਾਨਵਤਾ, ਭਾਈਚਾਰਾ, ਸਦਭਾਵ ਤੇ ਸਮਰਸਤਾ ਦਾ ਜੀਵਨ ਦਰਸ਼ਨ ਉਪਦੇਸ਼ ਪ੍ਰਾਪਤ ਹੁੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗ੍ਰੰਥ ਕੀ ਦੇ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਪੁਰਬ ਸੰਪੂਰਨਤਾ ਦਿਵਸ ਜੋ ਕਿ ਪੰਜਾਬੀ ਸਾਹਿਤ ਅਕਾਦਮੀ ਦੁਆਰਾ ਨੀਰੂ ਗਿਆਨੀ ਜੋ ਕਿ ਨਿਰਦੇਸ਼ਨ ਉਹਨਾਂ ਦੇ ਦੁਆਰਾ ਬਣਾਉਣ ਦਾ ਉਪਰਾਲਾ ਕੀਤਾ ਗਿਆ ਹੈ, ਉਹ ਇਸ ਗੱਲ ਤੋਂ ਧੰਨਵਾਦ ਦੇ ਪਾਤਰ ਨੇ ਔਰ ਮੈਂ ਆਸ਼ਾ ਕਰਨਾ ਕਿ ਅੱਗੋਂ ਵੀ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਹਿਣਗੇ। ਗੁਰੂ ਨਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨੂੰ ਲੱਖ ਲੱਖ ਵਧਾਈਆਂ ਦਿੰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਜੀ ਦੀ ਆਰੰਭਤਾ ਹਰਿਮੰਦਰ ਸਾਹਿਬ ਵਿੱਚ 1601 ਈਸਵੀ ਵਿੱਚ ਹੋਈ, ਜਿਸ ਨੂੰ ਗੁਰੂ ਅਰਜਨ ਦੇਵ ਜੀ ਨੂੰ ਪੂਰਾ ਕਰਨ ਵਿੱਚ 3 ਸਾਲ ਦਾ ਸਮਾਂ ਲੱਗਿਆ। ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ 1604 ਈਸਵੀ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਹੋਇਆ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ
ਲਖ ਗੁਰੂ ਨਿਸਤਾਰ। ਨਿਮਾਣਿਆਂ ਦੀ ਮਾਂ ਨਿਤਾਣਿਆਂ ਦੇ ਤਾਰ ਨੇ ਓਟਿਆਂ ਦਿਓ ਨੇ ਆਸਰਿਆਂ ਦਾ ਆਸਰਾ। ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਨੰਦ ਗੁਣ ਨਿਧਾਨ ਗੁਰੂ ਗਰੀਬ ਨਿਵਾਜ ਗਰੀਬ ਨਿਵਾਜ ਗਰੀਬ ਨਿਵਾਜ। ਸਭੇ ਸਾਂਝੀ ਵਾਲ ਸਦਾਇਨ ਤੋ ਕਿਸੇ ਨ ਦਿਸੈ ਬਾਹਰਾ ਜੀਓ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਸਮੂਹ ਜਗਤ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾ ਰਹੇ ਹੋ। ਸਭ ਤੋਂ ਪਹਿਲਾਂ ਆਪ ਸਰਬਤ ਸੰਗਤ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ। ਖੱਤਰੀ ਬ੍ਰਾਹਮਣ ਸੂਦ ਬੈਸ ਉਪਦੇਸ਼ ਜੋ ਵਰਨਾ ਕੋ ਸਾਂਝਾ। ਸਾਰੇ ਸੰਸਾਰ ਦੇ ਵਿੱਚ ਕੋਈ ਵੀ ਧਰਮ ਸ਼ਬਦ ਨੂੰ ਗੁਰੂ ਦਾ ਰਤਬਾ ਨਹੀਂ ਦੇ ਸਕਿਆ। ਇੱਥੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸਿੱਖਾਂ ਦੇ ਪਹਿਲੇ ਗੁਰੂ ਨੇ ਸ਼ਬਦ ਨੂੰ ਪ੍ਰਗਟ ਕਰਕੇ ਸ਼ਬਦ ਨੂੰ ਗੁਰੂ ਦਾ ਰਤਬਾ ਦਿੱਤਾ। ਉੱਥੇ ਹੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸ਼ਬਦ ਨੂੰ ਗੁਰੂ ਮੰਨਣ ਦਾ ਉਪਦੇਸ਼ ਵੀ ਦਿੱਤਾ। 1601 ਦੇ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਨੇ ਪੰਥ ਦੇ ਉੱਗੇ ਵਿਦਵਾਨ ਭਾਈ ਗੁਰਦਾਸ ਜੀ ਪਾਸੋਂ ਰਾਮਸਰ ਸਰੋਵਰ ਕਿਨਾਰੇ ਤੇ ਉੱਥੇ ਸਤਿਗੁਰਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਕਰਾਈ ਤੇ 1601 ਦੇ ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਪੱਕੀ ਲੀਹ ਤੇ ਤੋਰਨ ਵਾਸਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹਿਲਾ ਪ੍ਰਕਾਸ਼ ਕਰਵਾਇਆ ਬਾਬਾ ਬੁੱਢਾ ਸਾਹਿਬ ਜੀ ਪਾਸੋਂ ਅਤੇ ਉਹਨਾਂ ਨੂੰ ਪਹਿਲੇ ਗ੍ਰੰਥੀ ਹੋਣ ਦਾ ਰੁਤਬਾ ਬਖਸ਼ਿਆ। ਗੁਰੂ ਰੂਪ ਗੁਰੂ ਪਿਆਰੀ ਸਤ ਸੰਗਤ ਜੀ ਉਸ ਸਮੇਂ ਪਹਿਲਾ ਹੁਕਮਨਾਮਾ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ। ਗੁਰੂ ਅਰਜਨ ਪਾਤਸ਼ਾਹ ਜੀ ਨੇ ਆਪਣੇ ਤੋਂ ਪਹਿਲੇ 4 ਗੁਰੂ ਸਾਹਿਬਾਨ ਅਤੇ ਆਪਣੀ ਬਾਣੀ ਤੇ ਹੋਰ ਹਿੰਦੂ ਮੁਸਲਮਾਨ ਭਗਤਾਂ ਦੀ ਭੱਟਾਂ ਦੀ ਬਾਣੀ ਅਤੇ ਗੁਰੂ ਦੇ ਸਿੱਖਾਂ ਦੀ ਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕਰਵਾ ਦਿੱਤੀ ਅਤੇ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰਾਂ ਨੇ ਇਹ ਸਾਨੂੰ ਹੁੰਗਾਰਾ ਦਿੱਤਾ ਹੈ ਕਿ ਸਭੇ ਸਾਂਝੀ ਵਾਲ ਸਦਾਇਆਂ ਦੇ ਪ੍ਰਤੀਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰਿਆਂ ਦੇ ਸਾਂਝੇ ਗੁਰੂ ਹਨ। ਸੋ ਆਓ ਹੁਣ ਆਪਾਂ ਇਹ ਸ਼ਬਦ ਗਾਇਨ ਕਰਨਾ ਹੈ। ਧੁਰ ਕੀ ਬਾਣੀ ਆਈ ਤਿਨ ਸਗਲੇ ਚਿੰਤ ਮਿਟਾਈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਵਿੱਚ 31 ਰਾਗ ਸੁਸ਼ੋਭਿਤ ਹਨ। ਉਹਨਾਂ ਰਾਗਾਂ ਦੇ ਵਿੱਚ ਗੁਰਬਾਣੀ ਦਰਜ ਹੈ। ਉਹਨਾਂ ਰਾਗਾਂ ਦੇ ਵਿੱਚ ਇੱਕ ਸੋਰਠ ਰਾਗ ਹੈ, ਉਹਦੇ ਵਿੱਚ ਸ਼ਬਦ ਹੈ ਧੁਰ ਕੀ ਬਾਣੀ ਆਈ ਤਿਨ ਸਗਲੇ ਚਿੰਤ ਮਿਟਾਈ। ਇਹ ਸ਼ਬਦ ਆਪਾਂ ਗਾਇਨ ਕਰਾਂਗੇ ਅਤੇ ਸ਼ਬਦ ਤੋਂ ਬਾਅਦ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਉਣ ਆਇਆ ਰਾਮ, ਜੋ ਪਹਿਲਾ ਹੁਕਮਨਾਮਾ
ਜਦ ਪਹਿਲਾ ਪ੍ਰਕਾਸ਼ ਹੋਇਆ ਬਾਬਾ ਬੁੱਢਾ ਸਾਹਿਬ ਜੀ ਦੇ ਪਾਸੋਂ ਲਿਆ ਗਿਆ, ਉਹ ਆਪਾਂ ਗਾਇਨ ਕਰਾਂਗੇ। ਆਓ ਜੀ ਰਲ ਕਰਕੇ ਇਹ ਗੁਰਬਾਣੀ ਦਾ ਸ਼ਬਦ ਗਾਇਨ ਕਰੀਏ ਜੀ। ਤੁਰ ਕੀ ਬਾਣੀ ਆਏ ਤੁਰ ਕੀ ਬਾਣੀ ਆਏ ਤੁਰ ਕੀ ਬਾਣੀ ਆਏ ਤੁਰ ਕੀ ਬਾਣੀ ਆਏ ਤਿੰਨ ਸਗਲੇ ਜੰਤ ਮਿਟਾਏ ਤਿੰਨ ਸਗਲੇ ਜੰਤ ਮਿਟਾਏ ਤੁਰ ਕੀ ਬਾਣੀ ਆਏ ਤੁਰ ਕੀ ਬਾਣੀ ਆਏ। ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਢੇਰਾ ਬੰਨਾ ਅਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੀ ਹਰ ਹਰ ਪ੍ਰਭ ਕਿਰਪਾ ਤਾਰੀ ਤਾਰੀ ਤੁਰ ਕੀ ਬਾਣੀ ਆਏ ਤੁਰ ਕੀ ਬਾਣੀ ਆਏ। ਸੰਤ ਸੁਖ ਹੋਆ ਸੁਖ ਹੋਆ ਸੁਖ ਹੋਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭਨੀ ਜਾਈ
संतां के कारज आप खलो। संतां के कारज आप खलो। हर काम हर काम आया राम। संतां के कारज आप खलोया। संतां के कारज आप खलोया। हर काम करावन हर काम आया राम। संतां के कारज आप खलोया। संतां के कारज आप खलोया। तरत सुहावी ताल सुहावा। तरत सुहावी ताल सुहावा। विच अमृत जल छाया हर काम करावन हर काम करावन आया राम। संतां के कारज आप खलोया। संतां के कारज आप खलोया। अमृत जल छाया पूर्ण साज कराया। सगल मनोरथ पूरे। अमृत जल छाया पूर्ण साज कराया। सगल मनोरथ पूरे। जय जयकार भया जग अंतर। लाथे सगल विसुरे। जय जय
ਨਾਨਕ ਨਾਮ ਧਿਆਇਆ ਨਾਨਕ ਨਾਮ ਧਿਆਇਆ ਨਾਨਕ ਨਾਮ ਧਿਆਇਆ ਆਪਣਾ ਬਿਰਦ ਰੱਖਿਆ ਪਰਮੇਸ਼ਰ ਨਾਨਕ ਨਾਮ ਧਿਆਇਆ ਹਰ ਕੰਮ ਕਰਾ ਆਇਆ ਰਾਮ ਸੰਤਾਂ ਕੇ ਕਾਰਜ ਆਪ ਖਲੋਇਆ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾ ਆਇਆ ਰਾਮ ਸੰਤਾਂ ਕੇ ਕਾਰਜ ਆਪ ਖਲੋਇਆ ਸੰਤਾਂ ਕੇ ਕਾਰਜ ਆਪ ਖਲੋਇਆ ਆਪ ਖਲੋਇਆ ਵਾਹਿਗੁਰੂ पाणी प्रभ की सबको पाणी प्रभ की सबको आपे अठार
चरखे लेखे मोल न पाए गुणे मोल न पाए गुणे अमोल आपे अडोल न कबो आपे अडोल न कबो वाणी प्रभ की सबको बोले वाणी प्रभ की सबको बोले सर्प जोत में जाकी दोत तार रहियो स्वामी ओत पोत तार रहियो स्वामी ओत पोत आपे अडोल न कबो आपे अडोल न कबो वाणी प्रभ की सबको बोले वाणी प्रभ की सबको बोले गुर प्रसाद परम कालास गुर प्रसाद परम कालास नानक तिन मैं ए हो बेसास नानक दिन मैं हो बेसास गुर प्रसाद
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬ੍ਰਜ, ਸੰਸਕ੍ਰਿਤੀ, ਹਿੰਦੀ, ਫਾਰਸੀ, ਉਰਦੂ ਹੋਰ ਕਈ ਭਾਰਤੀ ਭਾਸ਼ਾਵਾਂ ਦੇ ਸ਼ਬਦ ਮਿਲਦੇ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਪੀ ਗੁਰਮੁਖੀ ਹੈ। ਇਸ ਦੇ ਵਿੱਚ 6 ਸਿੱਖ ਗੁਰੂ ਸਾਹਿਬਾਨ, 11 ਭੱਟ, 15 ਭਗਤ, ਜਿਸ ਦੇ ਵਿੱਚ ਨੰਦ ਲਾਲ ਜੀ, ਫਰੀਦ ਜੀ, ਕਬੀਰ ਜੀ, ਰਵਿਦਾਸ ਜੀ, ਨਾਮਦੇਵ ਜੀ, ਧੰਨਾ ਜੀ, ਛਿੰਬਾ ਜੀ ਹੋਰ ਕਈ ਭਗਤਾਂ ਦੀ ਬਾਣੀ ਸੰਮਿਲਿਤ ਹੈ। ਸਾਰੀ ਬਾਣੀ ਗਾਨ ਦਾ 31 ਰਾਗਾਂ ਦਾ ਵਿਧਾਨ ਹੈ। ਅੱਜ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਢੋਲ, ਨਗਾੜੇ, ਫੁੱਲਾਂ ਦੀ ਵਰਖਾ ਤੇ ਰਾਗਿਆਂ ਦੇ ਪਵਿੱਤਰ ਕੀਰਤਨ ਨਾਲ ਅੱਜ ਵੀ ਤੁਸੀਂ ਇਹ ਨਜ਼ਾਰਾ ਸ਼੍ਰੀ ਹਰਮੰਦਰ ਸਾਹਿਬ ਵਿੱਚ ਉਸੇ ਤਰ੍ਹਾਂ ਉਸੇ ਪਾਰੰਪਰਿਕ ਵਿਧੀ ਵਿਧਾਨ ਨਾਲ ਤੁਸੀਂ ਅੱਜ ਵੀ ਦਰਸ਼ਨ ਕਰ ਸਕਦੇ ਹੋ। ਗੁਰੂ ਗ੍ਰੰਥ ਸਾਹਿਬ ਜੀ ਦੇ ਜਿੱਦਾਂ ਕਿ ਸ਼ਬਦ ਹੈਗੇ ਨੇ, ਤਨ ਮਨ ਹੋਏ ਨਿਹਾਲ, ਜਾਂ ਦੇਖਾ ਗੁਰ ਸਾਹਮਣੇ। ਤੇ ਜੇ ਗੱਲ ਕਰੀਏ ਉਸ ਮਹਾਨ ਉਪਰਾਲੇ ਦੀ ਜੋ ਕਿ ਸਰਦਾਰ ਪ੍ਰੀਤਮ ਸਿੰਘ ਜੀ ਨੇ ਕੀਤਾ ਹੈ, ਉਸ ਵਾਸਤੇ ਸਾਡੇ ਕੋਲ ਸ਼ਬਦ ਘੱਟ ਹਨ। ਪ੍ਰੀਤਮ ਸਿੰਘ ਜੀ ਜਿਨ੍ਹਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਹਸਤ ਲਿਖਿਤ ਉਤਾਰਾ ਆਪ ਕੀਤਾ ਹੈ, ਉਹ ਸਨਮਾਨਯੋਗ ਹਨ ਤੇ ਵਧਾਈ ਦੇ ਪਾਤਰ ਹਨ। ਆਓ ਸੁਣਦੇ ਹਾਂ ਸਰਦਾਰ ਪ੍ਰੀਤਮ ਸਿੰਘ ਜੀ ਪਾਸੋਂ, ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਦਾ ਜਨਮ ਕਾਨਪੁਰ ਦਾ ਹੈ ਤੇ ਬੇਸਿਕ ਐਜੂਕੇਸ਼ਨ ਦਾਸ ਦੀ ਆਗਰਾ ਵਿਖੇ ਹੋਈ। ਉਸ ਤੋਂ ਉਪਰੰਤ ਜਿਹੜੀ ਅੱਗੇ ਦੀ ਐਜੂਕੇਸ਼ਨ ਸੀ ਉਹ ਉन्नाव ਜੋ ਕਿ ਕਾਨਪੁਰ ਔਰ ਲਖਨਊ ਦੇ ਵਿਚਕਾਰ ਡਿਸਟ੍ਰਿਕਟ ਹੈ ਉੱਥੇ ਹੋਈ। ਉਸ ਤੋਂ ਬਾਅਦ ਦਾਸ ਨੇ ਆਪਣੀ ਸਾਰੀ ਜ਼ਿੰਦਗੀ ਰਿਜ਼ਰਵ ਬੈਂਕ ਵਿੱਚ ਨੌਕਰੀ ਕਰਦਿਆਂ ਹੋਇਆਂ ਬਿਤਾਈ। ਰਿਜ਼ਰਵ ਬੈਂਕ ਤੋਂ ਰਿਟਾਇਰ ਹੋਣ ਤੋਂ ਬਾਅਦ ਸਨ 2010 ਵਿੱਚ ਅਸੀਂ ਭੋਪਾਲ ਆ ਕੇ ਸੈਟਲ ਹੋ ਗਏ। ਔਰ ਜਿੱਥੋਂ ਤੱਕ ਲਿਖਣ ਦਾ ਸਵਾਲ ਹੈ, ਲਿਖਣ ਦੀ ਪ੍ਰੇਰਣਾ ਦੇ ਬਾਰੇ, ਇਹਦੇ ਬਾਰੇ ਤੇ ਦਾਸ ਦਾ ਵਿਚਾਰ ਬਹੁਤ ਬਚਪਨ ਤੋਂ ਹੀ ਲਿਖਣ ਦਾ ਚੱਲਦਾ ਆਂਦਾ ਸੀ ਕਿ ਮੈਂ ਕੁਝ ਗੁਰਬਾਣੀ ਨੂੰ ਲਿਖਾਂ ਜਾਂ ਕੁਝ ਕਰਾਂ। ਇਸ ਦੇ ਵਿੱਚ ਇਸ ਵਾਸਤੇ ਮੈਂ ਇੱਕ ਵਾਰੀ ਜਦੋਂ ਹਾਈ ਸਕੂਲ ਜਾਂ ਸ਼ਾਇਦ ਉਸ ਤੋਂ ਵੀ ਪਹਿਲੇ ਇੱਕ ਜਪਜੀ ਸਾਹਿਬ ਜੀ ਦਾ ਇੱਕ ਪਾਠ ਬਹੁਤ ਛੋਟੀ ਰਾਈਟਿੰਗ ਵਿੱਚ 4x7 ਦੇ ਸ਼ੀਟ ਤੇ ਲਿਖਿਆ, ਜਿਸ ਦੇ ਆਪ ਦਰਸ਼ਨ ਵੀ ਕਰ ਸਕਦੇ ਹੋ। ਸ਼ੁਰੂ ਤੋਂ ਹੀ ਦਾਸ ਦੇ ਮਨ ਵਿੱਚ ਇੱਕ ਤਾਂਘ ਸੀ ਕਿ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਪੂਰਾ ਇੱਕ ਸਰੂਪ ਦਾ ਉਤਾਰਾ ਮੈਂ ਆਪਣੇ ਹੱਥੀਂ ਲਿਖ ਕੇ ਕਰਾਂ। ਜਦੋਂ ਥੋੜੀ ਜਿਹੀ ਹੋਸ਼ ਸੰਭਾਲਣ ਤੋਂ ਬਾਅਦ ਹਾਲੀ ਐਜੂਕੇਸ਼ਨ ਲਾਈਫ ਹੀ ਚੱਲ ਰਹੀ ਸੀ, ਉਦੋਂ ਆਪਣੇ ਮਾਤਾ ਪਿਤਾ ਦੇ ਨਾਲ ਅਸੀਂ ਦਰਬਾਰ ਸਾਹਿਬ ਅੰਮ੍ਰਿਤਸਰ ਦਰਸ਼ਨ ਕਰਨ ਗਏ ਸੀ। ਉੱਥੇ ਉਸ ਟਾਈਮ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਚੇਤ ਸਿੰਘ ਜੀ ਹੋਇਆ ਕਰਦੇ ਸੀ। ਗਿਆਨੀ ਜੀ ਸਾਡੇ ਪਿਤਾ ਜੀ ਦੇ ਬਚਪਨ ਦੇ ਬੇਲੀ ਸਾਥੀ, ਪਿੰਡ ਦਾ ਉਹਨਾਂ ਦਾ ਸਾਥ ਸੀ ਔਰ ਉਹਨਾਂ ਦਾ ਬਹੁਤ ਕਲੋਜ਼ਨੈਸ ਸੀ। ਅਸੀਂ ਜਦੋਂ ਵੀ ਸਾਡੀ ਪਰਿਵਾਰ ਵਿੱਚੋਂ ਕੋਈ ਅੰਮ੍ਰਿਤਸਰ ਜਾਂਦਾ ਸੀ, ਉਹਨਾਂ ਦੀ ਸਰਪ੍ਰਸਤੀ ਹੇਠ ਹੀ ਰੁਕਦੇ ਸੀ। ਤੇ ਗਿਆਨੀ ਜੀ ਨੇ ਮੈਨੂੰ ਪੁੱਛਿਆ, ਤੁਸੀਂ ਬੇਟਾ ਕੀ ਚਾਹੁੰਦੇ ਹੋ? ਤੇ ਮੈਂ ਉਹਨਾਂ ਨੂੰ ਜਦੋਂ ਦੱਸਿਆ ਕਿ ਮੈਂ ਇਹ ਚਾਹੁੰਦਾ ਹਾਂ ਕਿ ਮੈਂ ਅੱਗੇ ਚੱਲ ਕੇ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦਾ ਪੂਰਾ ਉਤਾਰਾ ਹੱਥੀਂ ਕਰਾਂ, ਤੇ ਉਹ ਇੱਕਦਮ ਖੜੇ ਹੋ ਗਏ। ਉਹਨਾਂ ਥਾਪੜਾ ਦਿੱਤਾ, ਆਸ਼ੀਰਵਾਦ ਦਿੱਤਾ, ਬੇਟਾ ਤੁਸੀਂ ਇਹ ਜ਼ਰੂਰ ਕਰੋਗੇ, ਹਾਲੀ ਤੁਸੀਂ ਆਪਣੀ ਐਜੂਕੇਸ਼ਨ ਕੰਪਲੀਟ ਕਰੋ, ਕਾਰ ਵਿਹਾਰ ਕਰੋ, ਕਾਰ ਵਿਹਾਰ ਤੋਂ ਵਿਹਲੇ ਹੋ ਕੇ ਤੁਹਾਡੇ ਹੱਥੇ ਰਾਮਦਾਸ ਜੀ ਇਹ ਸੇਵਾ ਜ਼ਰੂਰ ਲੈਣਗੇ। ਔਰ ਮੈਂ ਸਮਝਦਾ ਹਾਂ ਕਿ ਉਹਨਾਂ ਦੇ ਹੀ ਮਹਾਂਪੁਰਖਾਂ ਦਾ ਬਚਨ 50 ਸਾਲ ਬਾਅਦ ਹੁਣ ਸੱਚ ਹੋਇਆ, ਜਦੋਂ ਮੈਨੂੰ ਇਹ ਪ੍ਰੇਰਣਾ ਤੋਂ ਉਦੋਂ ਮਿਲੀ। ਔਰ ਰਿਟਾਇਰਮੈਂਟ ਤੋਂ ਬਾਅਦ ਮੈਂ ਕਈ ਵਾਰੀ ਕੋਸ਼ਿਸ਼ ਕੀਤੀ ਕਿ ਮੈਂ ਲਿਖਾਂ, ਲੇਕਿਨ ਹਿੰਮਤ ਨਹੀਂ ਸੀ ਪੈਂਦੀ ਕਿਉਂਕਿ ਇਹ ਬਹੁਤ ਵੱਡਾ ਕਾਰਜ ਸੀ। ਫਿਰ ਅਖੀਰ ਤੇ ਇੱਕ ਵਾਰੀ ਹਿੰਮਤ ਕਰਕੇ ਸਨ 14 ਵਿੱਚ ਜਦੋਂ ਅਸੀਂ ਅੰਮ੍ਰਿਤਸਰ ਦਰਸ਼ਨ ਕਰਨ ਗਏ ਤੇ ਉੱਥੇ ਅਕਾਲ ਤਖਤ ਦੇ ਜੋ ਸਿੰਘ ਸਾਹਿਬ ਸੀ, ਉਹਨਾਂ ਨੂੰ ਮੈਂ ਦੱਸਿਆ ਇਸ ਤਰ੍ਹਾਂ ਮੈਂ ਚਾਹੁੰਦਾ ਹਾਂ, ਤਾਂ ਉਹਨਾਂ ਕਿਹਾ ਤੁਸੀਂ ਜ਼ਰੂਰ ਕਰੋ, ਤੁਹਾਨੂੰ ਗੁਰੂ ਰਾਮਦਾਸ ਬਖਸ਼ਿਸ਼ ਕਰਨਗੇ। ਔਰ ਉਹਨਾਂ ਉੱਥੇ ਅਕਾਲ ਤਖਤ ਖਲੋ ਕੇ ਅਰਦਾਸ ਕੀਤੀ, ਤਾਂ ਮੇਰਾ ਥੋੜਾ ਹੋਰ ਹਿੰਮਤ ਪਈ। ਇਸ ਦੌਰਾਨ ਕਾਨਪੁਰ ਵਿੱਚ ਸਟੇ ਦੇ ਦੌਰਾਨ ਮੈਂ ਵੀਰ ਹਰਿੰਦਰਪਾਲ ਸਿੰਘ ਜੀ, ਜਿਨ੍ਹਾਂ ਨੇ ਅੱਜ ਦੀ ਡੇਟ ਤੱਕ 5 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਤਾਰੇ ਕੀਤੇ ਹਨ, ਉਹਨਾਂ ਦੇ ਜਦੋਂ ਸੰਪਰਕ ਵਿੱਚ ਆਇਆ, ਉਸ ਟਾਈਮ ਤੇ ਉਦੋਂ 2 ਉਤਾਰੇ ਪੂਰੇ ਕਰ ਚੁੱਕੇ ਸੀ ਔਰ ਤੀਸਰਾ ਕਰ ਰਹੇ ਸੀ। ਉਹਨਾਂ ਨੂੰ ਦੇਖ ਕੇ ਮੈਨੂੰ ਬਹੁਤ ਪ੍ਰੇਰਣਾ ਮਿਲੀ ਕਿ ਜੇ ਇਹ ਕਰ ਸਕਦੇ ਨੇ ਤੇ ਮੈਂ ਵੀ ਕਰ ਸਕਦਾ ਹਾਂ, ਤੇ ਉਦੋਂ ਤੋਂ ਹੋਰ ਮਨ ਪੱਕਾ ਹੋ ਗਿਆ। ਲੇਕਿਨ ਫਿਰ ਜਦੋਂ ਮੈਂ ਉਹਨੂੰ ਅਕਾਲ ਤਖਤ ਵਿੱਚ ਅਰਦਾਸ ਤੋਂ ਬਾਅਦ ਹਾਰਾ ਕੇ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਸ ਵਿੱਚ ਛੋਟੀਆਂ ਕਈ ਅੜਚਨਾਂ ਆਈਆਂ। ਕਦੀ ਕਾਗਜ਼ ਨਹੀਂ ਡਿਸਾਈਡ ਹੋ ਪਾ ਰਿਹਾ, ਇੰਕ ਨਹੀਂ ਡਿਸਾਈਡ ਹੋ ਪਾ ਰਹੀ,
ਜਦੋਂ ਲਿਖਣਾ ਸ਼ੁਰੂ ਕੀਤਾ ਤੇ ਰਾਈਟਿੰਗ ਦੀ ਸਟੇਬਿਲਿਟੀ ਨਹੀਂ ਆ ਰਹੀ, ਰਾਈਟਿੰਗ ਛੋਟੀ ਵੱਡੀ ਹੋ ਜਾਂਦੀ ਹੈ, ਟੇਢੀ ਹੋ ਜਾਂਦੀ ਹੈ, ਲੇਕਿਨ ਸੈਟੀਸਫੈਕਸ਼ਨ ਨਹੀਂ ਮਿਲਦਾ ਰਿਹਾ। ਲੇਕਿਨ ਫਿਰ ਵੀ ਮੈਂ ਕੋਸ਼ਿਸ਼ ਛੱਡੀ ਨਹੀਂ, ਕੋਸ਼ਿਸ਼ ਕਰਦੇ ਰਹਿ ਗਏ। ਲੇਕਿਨ ਇਸ ਕੋਸ਼ਿਸ਼ ਦੇ ਦੌਰਾਨ ਜਦੋਂ ਕਰਦਿਆਂ ਹੋਇਆ ਜਦੋਂ 36 ਜਾਂ 38 ਅੰਕ ਤੱਕ ਪਹੁੰਚੇ ਸਾਂ, ਉਸ ਵੇਲੇ ਤੱਕ ਮੇਰਾ ਮਨ ਟੁੱਟ ਗਿਆ, ਕਿਉਂਕਿ ਹੱਥ ਸਾਥ ਨਹੀਂ ਸੀ ਦੇ ਰਹੇ, ਗਰਦਨ ਸਾਥ ਨਹੀਂ ਦੇ ਰਹੇ ਸੀ, ਲਿਖਣ ਦੀ ਪ੍ਰੈਕਟਿਸ ਨਹੀਂ ਸੀ ਤੇ ਰਾਈਟਿੰਗ ਦੇ ਖਰਾਬ ਹੋਣ ਕਰਕੇ ਔਰ ਥਕਾਵਟ ਕਰਕੇ ਮੈਂ ਉਸ ਨੂੰ ਲਿਖਣ ਦਾ ਆਈਡੀਆ ਗਿਵ ਅਪ ਕਰ ਦਿੱਤਾ ਕਿ ਮੈਂ ਹੁਣ ਅੱਗੋਂ ਨਹੀਂ ਲਿਖਣਾ। ਇਹ ਸੋਚ ਕੇ ਜਿਹੜੇ ਗੁਰਦੁਆਰੇ 'ਚ ਅਰਦਾਸ ਕਰਕੇ ਲਿਖਣਾ ਸ਼ੁਰੂ ਕੀਤਾ ਸੀ, ਉਸ ਗੁਰਦੁਆਰੇ ਅਸੀਂ ਪਹੁੰਚ ਗਏ ਇਸ ਅਰਦਾਸ ਵਾਸਤੇ ਕਿ ਹੁਣ ਬਾਬਾ ਇਸ ਕਾਰਜ ਤੋਂ ਸਾਨੂੰ ਮੁਕਤੀ ਦੇ। ਲੇਕਿਨ ਉਸ ਗੁਰਦੁਆਰੇ ਵਿੱਚ ਪਹੁੰਚੇ ਹਾਲੀ ਅੰਦਰ ਜਾ ਕੇ ਅਰਦਾਸ ਨਹੀਂ ਕੀਤੀ ਸੀ, ਉਸ ਵਕਤ ਅਚਾਨਕ ਹੀ ਮੈਨੂੰ ਵੀਰ ਹਰਿੰਦਰਪਾਲ ਸਿੰਘ ਜੀ ਦਾ ਕਾਨਪੁਰ ਤੋਂ ਫੋਨ ਮਿਲਿਆ। ਮੈਨੂੰ ਬੜਾ ਉਸ ਵੇਲੇ ਆਸ਼ਚर्य ਹੋਇਆ ਕਿ ਇਹ ਫੋਨ ਅੱਜ 5 ਸਾਲ ਤੋਂ ਜਿਹੜੇ ਵੀਰ ਜੀ ਮੇਰੇ ਟੱਚ ਵਿੱਚ ਨਹੀਂ ਨੇ, ਅਚਾਨਕ ਉਹਨਾਂ ਦਾ ਇਸ ਟਾਈਮ ਤੇ ਫੋਨ ਆਉਣ ਦਾ ਕੀ ਮੀਨਿੰਗ ਹੈ। ਮੈਂ ਉਹਨੂੰ ਫੌਰਨ ਇਹ ਸਮਝਿਆ ਕਿ ਮੈਨੂੰ ਉੱਪਰੋਂ ਇਸ਼ਾਰਾ ਮਿਲ ਰਿਹਾ ਹੈ ਕਿ ਇਹ ਕਾਰਜ ਨੂੰ ਹੁਣ ਇੱਥੇ ਗਿਵ ਅਪ ਨਹੀਂ ਕਰਨਾ, ਇਹਨੂੰ ਅੱਗੇ ਕਰਨਾ ਹੈ। ਮੈਂ ਵੀਰ ਜੀ ਨੂੰ ਦੱਸਿਆ ਮੈਂ ਇਸ ਇਰਾਦੇ ਨਾਲ ਆਇਆ ਸਾਂ, ਲੇਕਿਨ ਹੁਣ ਮੈਂ ਗਿਵ ਅਪ ਨਹੀਂ ਕਰ ਰਿਹਾ। ਔਰ ਉਸ ਦਿਨ ਤੋਂ ਬਾਅਦ ਫਿਰ ਮੈਂ ਦੂਨੇ ਚੌਨੇ ਉਤਸ਼ਾਹ ਨਾਲ ਇਸ ਕਾਰਜ ਨੂੰ ਕਰਨ ਦੀ ਪ੍ਰਾਰੰਭ। ਅੱਛਾ, ਇਸ ਕਾਰਜ ਕਰਨ ਵਿੱਚ ਮੈਨੂੰ ਲਿਖਣ ਦਾ ਕੰਮ ਵਿੱਚ ਕਰੀਬ 4 ਸਾਲ ਤੋਂ ਥੋੜਾ ਜਿਹਾ ਵੱਧ ਸਮਾਂ ਲੱਗ ਗਿਆ। ਔਰ ਜਿਸ ਵੇਲੇ ਇਹ ਕੰਮ ਪੂਰਾ 1430 ਅੰਗ ਲਿਖ ਲਿਆ, ਤਤਕਰਾ ਬਣਾ ਲਿਆ, ਉਸ ਵਕਤ ਮੈਨੂੰ ਇਹ ਮਹਿਸੂਸ ਹੋਇਆ ਕਿ ਮੇਰੀ ਸ਼ੁਰੂ ਦੇ ਅੰਗਾਂ ਵਿੱਚ ਲਿਖਾਈ ਵਿੱਚ ਸਟੇਬਿਲਿਟੀ ਨਹੀਂ ਸੀ ਔਰ ਮੈਨੂੰ ਆਪ ਨੂੰ ਉਹਦੇ ਵਿੱਚ ਕਾਨਫੀਡੈਂਸ ਨਹੀਂ ਸੀ ਆ ਰਿਹਾ। ਫਿਰ ਇਸ ਵਾਸਤੇ ਸ਼ੁਰੂ ਦੇ ਕੁਝ ਅੰਗ ਮੈਨੂੰ ਰੀਰਾਈਟ ਵੀ ਕਰਨੇ ਪਏ ਔਰ ਉਹ ਰੀਰਾਈਟ ਕਰਨ ਤੋਂ ਬਾਅਦ ਫਿਰ ਦੁਬਾਰਾ ਕਹਿੰਦੇ ਨੇ ਪ੍ਰੂਫ ਰੀਡਿੰਗ ਸ਼ੁਰੂ ਕੀਤੀ, ਜਿਹਨੂੰ ਸੁਧਾਈ ਕਹਿੰਦੇ ਹਾਂ ਅਸੀਂ ਪੰਜਾਬੀ ਵਿੱਚ। ਔਰ ਉਹ ਸੁਧਾਈ ਮੈਨੂੰ ਕਰਨ ਵਿੱਚ 1.5 ਸਾਲ ਦਾ ਸਮਾਂ ਲੱਗ ਗਿਆ, ਕਿਉਂਕਿ ਉਹ ਸੁਧਾਈ 6 ਵਾਰੀ ਕੀਤੀ ਗਈ। ਹਰ ਵਾਰੀ ਹਰ ਸੁਧਾਈ ਵਿੱਚ ਇਹ ਹੁੰਦਾ ਸੀ ਕਿ ਕੋਈ ਨਾ ਕੋਈ ਗਲਤੀ ਛੋਟੀ ਮੋਟੀ ਨਿਕਲ ਆਉਂਦੀ ਸੀ ਔਰ ਮੈਂ ਇਸ ਇਰਾਦੇ ਨਾਲ ਲੱਗਾ ਹੋਇਆ ਸਾਂ ਕਿ ਜਦੋਂ ਕੋਈ 0 ਮਿਸਟੇਕ ਤੇ ਆ ਜਾਵਾਂ ਤਾਂ ਇਹਨੂੰ ਛੱਡਾਂਗਾ, ਕਿਉਂਕਿ ਇਹਦੇ ਵਿੱਚ ਇੱਕ ਵੀ ਕਿਸੇ ਤਰ੍ਹਾਂ ਦੀ ਕੋਈ ਗਲਤੀ ਨਹੀਂ ਰਹਿਣੀ ਚਾਹੀਦੀ। ਫਿਰ ਜਦੋਂ ਉਸ ਸਟੇਜ ਤੇ ਪਹੁੰਚੇ ਤੇ ਉਸ ਕੰਮ ਵਿੱਚ ਮੈਨੂੰ 1.5 ਸਾਲ ਦਾ ਸਮਾਂ ਲੱਗ ਗਿਆ। ਫਿਰ ਇਹਦੀ ਬਾਈਂਡਿੰਗ ਕੀਤੀ ਗਈ ਔਰ ਸਰੂਪ ਤਿਆਰ ਹੋਇਆ ਔਰ ਘਰ ਵਿੱਚ ਉਹਦਾ ਪ੍ਰਕਾਸ਼ ਵੀ ਅਸੀਂ ਕੀਤਾ। ਦਾਸ ਸਾਹਿਬ ਚੂँकि ਕਾਨਪੁਰ ਔਰ ਉਨਾਓ ਦੇ ਸਟੇ ਦੇ ਦੌਰਾਨ ਕਾਨਪੁਰ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੁਰਦੁਆਰੇ ਨਾਲ ਦਾਸ ਦਾ ਬਹੁਤ ਜੁੜਾਵ ਰਿਹਾ। ਹਮੇਸ਼ਾ ਉੱਥੇ ਹਾਜ਼ਰੀ ਭਰਦੇ ਰਹੇ, ਉੱਥੇ ਨਾਲ ਇੰਨਾ ਲਗਾਵ ਹੋ ਗਿਆ ਔਰ ਸਾਡੇ ਪਰਿਵਾਰ ਦਾ, ਬੱਚਿਆਂ ਦਾ ਇਹ ਸਰੂਪ ਤਿਆਰ ਹੋਣ ਤੋਂ ਬਾਅਦ ਮੇਰੇ ਮਨ ਵਿੱਚ ਬੜੀ ਇੱਛਾ ਆਉਂਦੀ ਸੀ ਕਿ ਇਹ ਸਰੂਪ ਨੂੰ ਮੈਂ ਕਾਨਪੁਰ ਇਸ ਗੁਰਦੁਆਰੇ ਵਿਖੇ ਭੇਟ ਕਰਾਂ। ਇਸ ਦੌਰਾਨ ਵੀਰ ਹਰਿੰਦਰਪਾਲ ਸਿੰਘ ਜੀ ਕੋਲੋਂ ਪਤਾ ਲੱਗਣ ਦੇ ਕਾਰਨ ਕਾਨਪੁਰ ਦੀ ਸਿੰਘ ਸਭਾ ਦੇ ਪ੍ਰਧਾਨ ਸਾਹਿਬ ਦਾ ਫੋਨ ਆ ਗਿਆ ਕਿ ਸਾਨੂੰ ਪਤਾ ਲੱਗਾ ਹੈ ਕਿ ਆਪ ਜੀ ਨੇ ਇਹ ਸਰੂਪ ਤਿਆਰ ਕੀਤਾ ਹੈ, ਕਿਉਂਕਿ ਆਪ ਕਾਨਪੁਰ ਇਸ ਗੁਰਦੁਆਰੇ ਸਾਡੇ ਨਾਲ ਜੁੜੇ ਹੋਏ ਹੋ ਬਹੁਤ ਦਿਨਾਂ ਤੋਂ, ਇਸ ਵਾਸਤੇ ਅਗਰ ਹੋ ਸਕੇ ਤੇ ਇਸ ਸਰੂਪ ਨੂੰ ਇਸ ਗੁਰਦੁਆਰੇ ਵਿੱਚ ਭੇਟਾ ਕਰੋ। ਔਰ ਅਸੀਂ ਪਹਿਲੇ ਤੋਂ ਹੀ ਇਸ ਇਰਾਦੇ ਸਾਂ ਤੇ ਇਸ ਵਾਸਤੇ ਸਾਨੂੰ ਇਸ ਵਿਚਾਰ ਵਿੱਚ ਕਨਫਰਮ ਕਰਨ ਵਿੱਚ ਕੋਈ ਹਿਚਕ ਨਹੀਂ ਹੋਈ ਔਰ ਤੁਰੰਤ ਇਹ ਡਿਸੀਜਨ ਲੈ ਲਿਆ ਗਿਆ ਕਿ ਇਹ ਅਸੀਂ ਸਰੂਪ ਕਾਨਪੁਰ ਗੁਰਦੁਆਰੇ ਵਿਖੇ ਹੀ ਭੇਟ ਕਰਨਾ ਹੈ। ਸੋ ਉਸ ਮੁਤਾਬਿਕ ਅਸੀਂ ਕਾਨਪੁਰ ਤੇ ਭੋਪਾਲ ਦੀ ਸੰਗਤ ਉੱਥੋਂ 2 ਗੱਡੀਆਂ ਲੈ ਕੇ ਔਰ 1 ਗੱਡੀ ਇੰਦੌਰ ਤੋਂ ਆਈ। ਅਸੀਂ ਸਭ ਸੰਗਤ ਦੇ ਨਾਲ ਇੱਥੋਂ 22 ਫਰਵਰੀ 20 ਨੂੰ ਅਸੀਂ ਇੱਥੋਂ ਲੈ ਕੇ ਸਰੂਪ ਚੱਲੇ ਔਰ 23 ਫਰਵਰੀ ਨੂੰ ਉੱਥੇ ਗੁਰਦੁਆਰੇ ਕਾਨਪੁਰ ਦੀ ਸੰਗਤ ਸਿੰਘ ਸਭਾ ਨੇ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਹੈ ਉਸੇ ਹਿਸਾਬ ਨਾਲ, ਉਸੇ ਜੋਸ਼ੋ ਖਰੋਸ਼ ਨਾਲ, ਉਸੇ ਸਵਾਗਤ ਦੇ ਨਾਲ ਉਹਨੂੰ ਪ੍ਰਾਪਤ ਕੀਤਾ ਔਰ ਦਾਸਤਾਂ ਨੂੰ ਨਿਵਾਜਿਆ।
ਇਹ ਸਰੂਪ ਨੂੰ ਤਿਆਰ ਕਰਨ ਤੋਂ ਬਾਅਦ ਇਸ ਦਾਸ ਨੂੰ ਮਨ ਵਿੱਚ ਬਹੁਤ ਖੁਸ਼ੀ ਮਹਿਸੂਸ ਹੋਈ। ਪਰਿਵਾਰ ਤੋਂ ਇੰਨਾ ਪ੍ਰਫੁੱਲਿਤ ਹੋਇਆ ਕਿ ਸਾਡੇ ਕਈ ਵਾਰੀ ਅੱਖਾਂ ਵਿੱਚੋਂ ਹੰਝੂ ਵੀ ਘਿਰ ਆਏ। ਉਸ ਤੋਂ ਬਾਅਦ ਇੰਨਾ ਉਹਨੂੰ ਮਾਣ ਮਿਲਿਆ, ਇੰਨਾ ਮਨ ਵਿੱਚ ਖੁਸ਼ੀ ਹੋਈ ਕਿ ਉਸੇ ਵਕਤ ਮਨ ਵਿੱਚ ਇੱਕ ਇਰਾਦਾ ਆਇਆ ਕਿ ਮੈਂ ਇੱਕ ਸਰੂਪ ਹੋਰ ਤਿਆਰ ਕਰਾਂ, ਔਰ ਉਸ ਦਾ ਇੱਕ ਕਨਫਰਮ ਇਹ ਕਰ ਲਿਆ ਗਿਆ ਕਿ ਇਹਨੂੰ ਇੱਕ ਸਰੂਪ ਹੋਰ ਤਿਆਰ ਕਰਨਾ ਹੈ, ਜੋ ਦੂਜੇ ਸਰੂਪ ਦੀ ਤਿਆਰੀ ਵਿੱਚ ਦਾਸ ਇਸ ਵਕਤ ਅੱਜ ਕੱਲ੍ਹ ਲੱਗਿਆ ਹੋਇਆ ਹੈ। ਇਸ ਵੀਡੀਓ ਕਲਿੱਪ ਨੂੰ ਦੇਖਣ ਔਰ ਸੁਣਨ ਵਾਲੀ ਸੰਗਤ ਵਿੱਚੋਂ ਅਗਰ ਇੱਕ ਜੀਵ ਵੀ ਇਸ ਰਾਹ 'ਤੇ ਚੱਲਣ ਦੇ ਬਾਰੇ ਉਹ ਆਪਣਾ ਉਤਸ਼ਾਹ ਦਿਖਾਉਂਦਾ ਹੈ ਤੇ ਅਸੀਂ ਧੰਨ ਹੋ ਜਾਵਾਂਗੇ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ੍ਰੀ ਰਾਗ ਵਿੱਚ ਗੁਰੂ ਮਹਾਰਾਜ ਜੀ ਨੇ ਇੱਕ ਇਹ ਤੁਕ ਲਿਖੀ ਹੈ, कहते पवित्र सुनते सब धन लिखती कुल तारिया। लिखन वाला अपने कुल ਨੂੰ ਵੀ ਤਾਰ ਦਿੰਦਾ ਹੈ। ਅਗਰ ਕੋਈ ਸੰਗਤ ਵਿੱਚੋਂ ਇਸ ਰਾਹ 'ਤੇ ਚੱਲਣਾ ਚਾਹੁੰਦਾ ਹੈ ਤੇ ਉਸ ਪਾਸ ਇਹ ਮੇਰੀ ਬੇਨਤੀ ਹੋਏਗੀ ਕਿ ਲਿਖਣ ਦੇ ਬਾਰੇ ਇਹ ਨਹੀਂ ਕਿ ਪੈਨ ਔਰ ਕਾਗਜ਼ ਚੁੱਕਿਆ ਲਿਖਣਾ ਸ਼ੁਰੂ ਕਰ ਦੇਵੇ। ਉਹ ਸਭ ਤੋਂ ਪਹਿਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ 'ਤੇ ਜਾਂ ਸੈਂਚੀਆਂ 'ਤੇ ਕਈ ਪਾਠ ਪਹਿਲੇ ਕਰੇ, ਤਾਂ ਹੀ ਉਹਦਾ ਫਲੋ ਬਣੇਗਾ ਔਰ ਤਾਂ ਹੀ ਲਿਖਣ ਵਿੱਚ ਸਫਲਤਾ ਮਿਲੇਗੀ। ਔਰ ਕੋਈ ਵੀ ਇਸ ਰਾਹ 'ਤੇ ਚੱਲੇ ਤੇ ਸਾਡੇ ਧੰਨ ਭਾਗੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ